ਲਾਇੰਸ ਦੇ ਜਿਹੜਾ ਅੰਬਾਨੀ ਸਾਹਿਬ ਦਾ ਬਿਆਨ ਆਇਆ ਕਿ ਅਸੀਂ ਜ਼ਮੀਨ ਦੇ ਤੌਰ ਦੇ ਉੱਤੇ ਤੁਹਾਨੂੰ ਇਹ ਨਹੀਂ ਕਰਾਂਗੇ, ਬਹੁਤ ਕੁਝ ਤੁਹਾਡੇ ਸਾਹਮਣੇ ਇੱਕ ਕੇਸ ਵੀ ਉਹਨਾਂ ਨੇ ਫਾਈਲ ਕੀਤਾ। ਉਸੇ ਹੀ ਸੰਬੰਧ ਦੇ ਵਿੱਚ ਇਹ ਪਰਚੇ ਵੰਡਦੇ ਔਰ ਕੁਝ ਔਰਤਾਂ ਦੀ ਵੀ ਗੱਲ ਆਈ ਹੈ ਕਿ ਇਹਨਾਂ ਦੇ ਨਾਲ ਆ ਕੇ ਉਹਨਾਂ ਦਾ ਕਾਰਜ ਕੀ ਹੈ, ਉਹ ਕਰਨਗੀਆਂ ਕੀ, ਉਹ ਕਿਸ ਤਰ੍ਹਾਂ ਦੀ ਮਨਸ਼ਾ ਹੈ, ਉਹਦੀ ਹਾਲੇ ਤੱਕ ਚਰਚਾ ਅਸੀਂ ਅੱਗੇ ਇਨਵੈਸਟੀਗੇਟ ਕਰ रहे हैं। कल येस्टरडे नाइट मेरे को एक कॉल आई थी, करण नाम का बंदा है, उसने मुझे भेजा था, कह रहे थे कि आपको ना लीफलेट बांटने हैं जहाँ भी फार्मर्स प्रोटेस्ट कर रहे हैं। सरकार साडे अंदोलन नूं फेल कर ली, ਇਹ ਜਿਹੀਆਂ ਚਾਲਾਂ ਚੱਲ ਰਹੀਆਂ, ਪਰ ਸਭ ਲੋਕ ਸਮਝਦੇ, ਕਿਸਾਨ ਸਮਝਦੇ ਕੋਈ ਇਹੋ ਜਿਹੀ ਕੋਈ ਗੱਲ ਨਹੀਂ ਹੈਗੀ। ਸਵਾਗਤ ਹੈ ਜੀ ਤੁਹਾਡਾ ਪੰਜਾਬੀ ਨੈਸ਼ਨਲ ਟੀਵੀ ਉੱਤੇ। ਜਿਹੜੇ ਕਿ ਮਾਹੌਲ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਤਾਂ ਉੱਥੇ ਤੁਸੀਂ ਦੇਖ ਸਕਦੇ ਹੋ ਤਾਂ ਖੜੇ ਨੇ ਦੋ ਲੋਕ ਖੜੇ ਨੇ ਕਿਰਪਾ ਸਿੰਘ ਜੀ ਕਰਦੇ ਸਭ ਨੂੰ ਇਕੱਠੇ ਕਰਦੇ ਆਪਾਂ ਸਾਰੇ ਵੀ। ਇਹ ਦੋ ਵਿਅਕਤੀ ਫੜੇ ਨੇ, ਅਸੀਂ ਸਾਰਿਆਂ ਨੂੰ ਦੱਸਣਾ ਚਾਹੁੰਦੇ ਆ। ਤਸਵੀਰਾਂ ਤੁਹਾਨੂੰ ਦਿਖਾ ਰਹੇ ਨੇ, ਬਰੀਫ ਕਰਨਗੇ ਸਰ, ਨਾਲ ਦੀ ਨਾਲ ਬਰੀਫ ਕਰ ਦਿਓ ਕੀ ਹੈ ਕੀ ਸਰ, ਨਾਲ ਦੀ ਨਾਲ ਬਰੀਫ ਕਰ ਦਿਓ ਆਰਐਸਐਸ ਦਾ ਇਹ ਦੋ ਬੰਦੇ ਜਿਹੜੇ ਆ ਇਹ ਫੜੇ ਆ, ਅਸੀਂ ਸਾਡੇ ਸਟੇਜ ਦੇ ਆਸ-ਪਾਸ ਪਰਚੇ ਵੰਡਦੇ, ਖਾਸ ਕਰਕੇ ਰਿਲਾਇੰਸ ਦੇ ਜਿਹੜਾ ਅੰਬਾਨੀ ਸਾਹਿਬ ਦਾ ਬਿਆਨ ਆਇਆ ਕਿ ਅਸੀਂ ਜ਼ਮੀਨ ਦੇ ਤੌਰ ਦੇ ਉੱਤੇ ਤੁਹਾਨੂੰ ਇਹ ਨਹੀਂ ਕਰਾਂਗੇ, ਬਹੁਤ ਕੁਝ ਤੁਹਾਡੇ ਸਾਹਮਣੇ ਇੱਕ ਕੇਸ ਵੀ ਉਹਨਾਂ ਨੇ ਫਾਈਲ ਕੀਤਾ। ਉਸੇ ਹੀ ਸੰਬੰਧ ਦੇ ਵਿੱਚ ਇਹ ਪਰਚੇ ਵੰਡਦੇ ਔਰ ਕੁਝ ਔਰਤਾਂ ਦੀ ਵੀ ਗੱਲ ਆਈ ਹੈ ਕਿ ਇਹਨਾਂ ਦੇ ਨਾਲ ਆ ਕੇ ਉਹਨਾਂ ਦਾ ਕਾਰਜ ਕੀ ਹੈ, ਉਹ ਕਰਨਗੀਆਂ ਕੀ, ਉਹ ਕਿਸ ਤਰ੍ਹਾਂ ਦੀ ਮਨਸ਼ਾ ਹੈ, ਉਹਦੀ ਹਾਲੇ ਤੱਕ ਚਰਚਾ ਅਸੀਂ ਅੱਗੇ ਇਨਵੈਸਟੀਗੇਟ ਕਰ ਰਹੇ ਹਾਂ ਕਿ ਇਹਨਾਂ ਦੀ ਕਿੱਦਾਂ ਦੀ ਖਤਰਨਾਕ ਮਨਸ਼ਾ ਹੈ ਔਰ ਇਸ ਤਰ੍ਹਾਂ ਦੇ ਅੰਦੋਲਨ ਦੇ ਵਿੱਚ ਆ ਕੇ ਕਿਸ ਤਰ੍ਹਾਂ ਲੋਕਾਂ ਨੂੰ ਭੜਕਾਇਆ ਜਾ ਰਿਹਾ, ਕਿਸ ਤਰ੍ਹਾਂ ਲੋਕਾਂ ਦੀ ਮਾਨਸਿਕਤਾ ਨੂੰ ਬਦਲਣ ਦੀ ਕੋਸ਼ਿਸ਼ ਹੈ। ਸੋ ਇਹ ਸਾਰਾ ਕੁਝ ਇਹਨਾਂ ਦੀ ਮਨਸ਼ਾ ਹੈ। ਇਹ ਅੱਗੇ ਹੋਰ ਵੀ ਇਹ ਇਹੀ ਦੱਸਣਗੇ ਕਿ ਇਹਨਾਂ ਦੇ ਨਾਲ ਕਿੰਨੀਆਂ ਕੁੜੀਆਂ, ਕਿੰਨੇ ਇਹ ਗਰੁੱਪ ਹੈ, ਕਿੰਨਿਆਂ ਦਾ। ਨਹੀਂ ਅਸੀਂ ਇਹ ਨਹੀਂ ਕਹਿ ਰਹੇ ਕਿ ਇਹ ਆਰਐਸਐਸ ਦੇ ਬੰਦੇ ਆ, ਇਹ ਰਿਲਾਇੰਸ ਦੇ ਪਰਚੇ ਬਣਦੇ ਹੋਏ ਆਏ ਆ। ਔਰ ਜੀ ਕਰੋ ਗੱਲ। ਇਹ ਮੈਂ ਤੁਹਾਨੂੰ ਦੱਸਦਾ ਜੀ, ਇਹ ਪਹਿਲੀ ਗੱਲ ਤਾਂ ਇਹ ਆ ਵੀ ਅਸੀਂ ਇਹਨਾਂ ਦੇ ਜਿਹੜੇ ਫੋਨ ਫੜੇ ਸੀ ਸਵੇਰੇ, ਇਹਨਾਂ ਦੇ ਫੋਨ ਤੋਂ ਪਿੱਛੋਂ ਇੱਕ ਇਹਨਾਂ ਆਫਿਸ ਆ ਜਿਹੜਾ ਇਹਨਾਂ ਨੂੰ ਕਮਾਂਡ ਕਰ ਰਿਹਾ ਔਰ ਉਹ ਬਾਰ-ਬਾਰ ਉਹ ਇਹਨਾਂ ਨੂੰ ਕਮਾਂਡ ਕਰ ਰਿਹਾ। ਕਰਨ ਨਾਂ ਦਾ ਕੋਈ ਬੰਦਾ ਹੈ, ਉਹ ਕਹਿੰਦਾ ਵਾ ਇਹਨਾਂ ਨੂੰ ਉਹਨਾਂ ਸਾਰੀ ਅਸੀਂ ਇਹਨਾਂ ਦਾ ਡਿਟੇਲ ਵੇਖੀ ਆ, 1 ਮਹੀਨੇ ਤੋਂ ਇਹਨਾਂ ਨੂੰ ਟ੍ਰੇਨਿੰਗ ਦਿੱਤੀ ਜਾ ਰਹੀ ਆ ਔਰ ਉਹਦੇ ਵਿੱਚ ਇਹਨਾਂ ਨੂੰ ਨੋਡਾ ਤੋਂ ਕਿੱਥੋਂ ਐਡਰੈਸ ਮਿਲਣੀ ਹੈ, ਕਿੰਨੀਆਂ ਕਿਹੜੇ ਬਾਰਡਰ ਤੇ ਤੁਹਾਨੂੰ ਕੀ ਮਿਲੂਗਾ। ਉੱਥੇ ਬਾਰ-ਬਾਰ ਉਹਨਾਂ ਨੂੰ ਫੋਨ ਕਰਕੇ ਕਹਿ ਰਿਹਾ ਜੇ ਜੇ ਤੁਹਾਨੂੰ ਕੋਈ ਬੰਦੇ ਫੜ ਲੈਂਦੇ ਕਿਸਾਨ ਤੇ ਤੁਸੀਂ ਸਾਡਾ ਨਾਂ ਨਹੀਂ ਲੈਣਾ, ਤੁਸੀਂ ਝੂਠ ਬੋਲਣਾ ਕਿ ਸਾਨੂੰ ਤਾਂ ਕੋਈ ਪੈਸੇ ਇੱਥੋਂ ਦੇ ਕੇ ਤੇ ਸਾਨੂੰ ਇੱਥੇ ਛੱਡ ਗਿਆ ਤੇ ਆ ਸਮਾਨ ਦੇ ਗਿਆ, ਅਸੀਂ ਤਾਂ ਉਹ ਵੰਡਣਾ। ਔਰ ਸਿੰਘੂ ਦੇ ਸਪੈਸ਼ਲ ਉਹਨੇ ਬਾਰ-ਬਾਰ ਕਰਿਆ ਸਾਰੇ ਬਾਰਡਰ ਦੇ ਉੱਤੇ ਵੱਖ-ਵੱਖ ਤਰੀਕੇ ਦਾ ਸਮਾਨ ਵੰਡਿਆ ਜਾ ਰਿਹਾ। ਪਹਿਲਾਂ ਮੈਨੂੰ ਕਲੀਅਰ ਕਰ ਲੈਂਦੇ ਹੋ ਕਿ ਜੇ ਤੁਸੀਂ ਫੜੇ ਜਾਂਦੇ ਹੋ ਸਾਡਾ ਨਾਂ ਨਹੀਂ ਲੈਣਾ ਔਰ ਆਉਣ ਵਾਲੇ ਦਿਨਾਂ ਵਿੱਚ ਇਹਨਾਂ ਤੋਂ ਉਹਨਾਂ ਇਹ ਵੀ ਕਿਹਾ ਕਿ ਫਲਾਣੀ ਜਗ੍ਹਾ ਤੇ ਤੁਹਾਨੂੰ ਕੁੜੀਆਂ ਮਿਲਣਗੀਆਂ ਟਿੱਕਰੀ ਤੇ ਜਾ ਕੇ, ਉੱਥੇ ਤੁਸੀਂ ਹਿੰਦੀ 'ਚ ਬੋਲਣਾ, ਜ਼ਿਆਦਾ ਹਿੰਦੀ ਉੱਥੇ ਤੇ ਜਿਹੜੇ ਸਿੰਘੂ ਤੇ ਜ਼ਿਆਦਾ ਪੰਜਾਬੀ ਨੇ। ਕੁੜੀਆਂ ਦਾ ਕੀ ਕਾਰਨ ਸੀ ਜਿਹੜਾ ਇਹਨਾਂ ਨੇ ਕਿਹਾ ਕਿ ਕੁੜੀਆਂ? ਇਹ ਵੇਖੋ, ਇਹ ਦੁਬਾਰਾ ਹੁਣ ਅਸੀਂ ਇਹਨਾਂ ਨੂੰ ਫਿਰ ਪੁੱਛਾਂਗੇ ਕਿ ਕੀ ਕਾਰਨ ਸੀ, ਪਰ ਹਾਲੇ ਸਾਨੂੰ ਇਹੋ ਹੀ ਸਾਰਾ ਕਲੀਅਰ ਹੋ ਗਿਆ ਕਿ ਇਹਨਾਂ ਨੂੰ ਟ੍ਰੇਨਿੰਗ ਲਗਭਗ ਉਹਦੇ ਨਾਲ ਗੱਲ ਜਿਹੜੀ ਮੇਨ ਗੱਲ ਜੀ ਮੈਂ ਦੱਸਣਾ, ਮੇਨ ਪ੍ਰੋਬਲਮ ਕੀ ਹੈ। 1 ਮਿੰਟ ਜੀ, 1 ਮਿੰਟ। ਰੋਲਾ ਇਹ ਆ ਕਿ ਜੇ ਬਾਈ ਚਾਂਸ ਇਹਨਾਂ ਨੂੰ ਕੋਈ ਉੱਥੇ ਪ੍ਰੋਬਲਮ ਆ ਜਾਵੇ, ਇਹਨਾਂ ਦੇ ਕੋਈ ਅਟੈਕ ਹੋ ਜਾਵੇ ਜਾਂ ਇਹਨਾਂ ਨੂੰ ਆਪਦੇ ਹੀ ਬੰਦੇ ਇਹਨਾਂ ਨੂੰ ਪਿੱਛੋਂ ਕੋਈ ਨੁਕਸਾਨ ਪਹੁੰਚਾਉਣ, ਉਹਦਾ ਜ਼ਿੰਮੇਵਾਰ ਕੌਣ ਹੋਊਗਾ? ਜ਼ਿੰਮੇਵਾਰੀ ਅਸੀਂ ਇਹਨਾਂ ਨੂੰ ਫੜ ਕੇ ਸੇਫ ਰੱਖਿਆ, ਇਹਨਾਂ ਨੂੰ ਕਿਸੇ ਨੇ ਕੋਈ ਟੱਚ ਨਹੀਂ ਕੀਤਾ। ਪਰ ਜਿਹੜੀ ਮੇਨ ਪ੍ਰੋਬਲਮ ਉਹ ਹੈ ਕਿ ਜੇ ਇਹਨਾਂ ਨੂੰ ਕੋਈ ਫਿਜ਼ੀਕਲ ਪ੍ਰੋਬਲਮ ਆਉਂਦੀ ਜਾਂ ਇਹਨਾਂ ਦਾ ਨੁਕਸਾਨ ਹੁੰਦਾ ਤੇ ਉਹਦਾ ਜ਼ਿੰਮੇਵਾਰ ਕੌਣ ਹੋਊਗਾ? ਜਿਹੜੀ ਟੀਮ ਇਹਨਾਂ ਨੂੰ ਪਿੱਛੋਂ ਭੇਜ ਰਹੀ ਹੈ। ਕਿਸ ਤਰ੍ਹਾਂ ਦਾ ਦਸਤਾਵੇਜ਼ ਪਰਚੇ ਦੱਸ ਦਿਓ ਕੀ ਹੈ ਪਰਚੇ ਕੀ? ਹਾਂ ਲੋ ਇਹ ਉਹੀ ਪਰਚੇ ਨੇ ਜਿਹੜੇ ਰਿਲਾਇੰਸ ਨੇ ਬਿਆਨ ਦਿੱਤਾ ਕਿ ਅਸੀਂ ਰਿਲਾਇੰਸ ਹਾਂ ਬਿਲਕੁਲ ਇਹੋ ਹੀ ਹੈ। ਬਿਲਕੁਲ ਜਿਹੜਾ ਰਿਲਾਇੰਸ ਦਾ ਸੀ ਉਹ ਆਪਣਾ ਹੁਣ ਸਾਡੇ ਧਰਨਿਆਂ ਦੇ ਵਿੱਚ ਆ ਕੇ ਜਿਹੜਾ ਬਹੁਤ ਗਲਤ ਤਰੀਕੇ ਨਾਲ ਉਹਨੂੰ ਪ੍ਰਚਾਰ ਹੁੰਦਾ ਕਰ ਰਹੇ ਨੇ, ਕਿਉਂਕਿ ਇਹਨਾਂ ਦਾ ਕੋਈ ਕੰਮ ਨਹੀਂ ਹੈਗਾ ਸਾਡੇ ਅੰਦੋਲਨ ਦੇ ਵਿੱਚ ਆ ਕੇ। ਇਹ ਅੱਜ ਇਹ ਮੈਂ ਤੁਹਾਨੂੰ ਦੱਸਦਾ, ਇਹਨਾਂ ਦਾ ਕੋਈ ਫਰਜ਼ ਨਹੀਂ ਬਣਦਾ ਇੱਥੇ ਆਉਣ ਦਾ। ਕੱਲ ਅੱਜ ਇਹ ਲੈ ਕੇ ਚੀਜ਼ ਆਏ ਨੇ ਤੇ ਕੱਲ ਨੂੰ ਇਹ ਕੋਈ ਵੀ ਸ਼ਰਾਰਤ ਕਰ ਸਕਦੇ, ਕਿਉਂਕਿ ਇਹਨਾਂ ਨਾਲ ਕੁਝ ਕੁੜੀਆਂ ਇਹਨਾਂ ਆਪ ਉੱਥੇ ਸਾਡੇ ਕੋਲ ਰਿਕਾਰਡਿੰਗ ਹੈ ਸਾਰੀ
ਵੀ ਇਹਨਾਂ ਨੂੰ ਕੁਝ ਕੁੜੀਆਂ ਔਰ ਫੋਟੋਆਂ ਵੀ ਆਈਆਂ ਸਾਡੇ ਕੋਲ ਵੀ ਕਿੱਥੋਂ ਤੁਹਾਨੂੰ ਕੱਪੜੇ ਮਿਲਣਗੇ, ਇਹ ਕੁੜੀਆਂ ਲੈ ਕੇ ਵੀ ਆਉਣਗੇ। ਜੇ ਕੱਲ ਨੂੰ ਕੋਈ ਇਹੋ ਜਿਹੀ ਹਰਕਤ ਹੁੰਦੀ ਇੱਥੇ ਤੇ ਉਹ ਜ਼ਿੰਮੇਵਾਰ ਇਸ ਵਕਤ ਸਰਕਾਰ ਹੋਊਗੀ, ਪ੍ਰਸ਼ਾਸਨ ਹੋਊਗੀ, ਔਰ ਜਿਹੜਾ ਪਿੱਛੇ ਇਹਨਾਂ ਦਾ ਇੱਕ ਆਫਿਸ ਚਲਾ ਰਿਹਾ ਬੰਦਾ ਕਰਨ, ਜਿਹੜਾ ਇਹਨਾਂ ਨੂੰ ਬਾਰ-ਬਾਰ ਫੋਨ ਕਰਕੇ ਕਮਾਂਡ ਦੇ ਰਿਹਾ, ਉਹ ਜ਼ਿੰਮੇਵਾਰ ਹੋਊਗਾ। ਪਕੜਨ ਤੋਂ ਬਾਅਦ ਤੁਸੀਂ ਗੱਲਬਾਤ ਕੀਤੀ ਕਰਨ ਨਾਲ ਕੋਈ ਗੱਲਬਾਤ ਹੋਈ ਤੁਹਾਡੀ? ਨਹੀਂ, ਉਹ ਗੱਲ ਹੁੰਦੀ ਸੀ, ਅਸੀਂ ਆਪ ਤਾਂ ਨਹੀਂ ਕੀਤੀ, ਅਸੀਂ ਹੈਂਡ ਫ੍ਰੀ ਕਰਕੇ ਇਹਨਾਂ ਨਾਲ ਗੱਲ ਕੀਤੀ, ਇਹਨਾਂ ਨਾਲ ਕਰਦਾ ਰਿਹਾ। और वो बार बार यही कह रहा था कि आप कहाँ हो, मैंने जो आपको काम दिया था आपने वो काम क्लियर क्यों नहीं किया, आप कोई फोटो नहीं भेज रहे, आप क्या कर रहे हो। ਉਹ ਇਹਨਾਂ ਨੂੰ ਟੁੱਟ ਕੇ ਪੈ ਰਿਹਾ ਸੀ ਕਦੋਂ ਦਾ ਕਿ ਤੁਸੀਂ ਜਿਹੜਾ ਮੈਂ ਤੁਹਾਨੂੰ ਕੰਮ ਦਿੱਤਾ ਸੀ ਤੁਸੀਂ ਕੀਤਾ ਨਹੀਂ, ਉਹਦੀ ਰਿਪੋਰਟ ਨਹੀਂ ਦਿੱਤੀ। ਮੈਨੂੰ ਵੀ ਪਿੱਛੋਂ ਕਹਿੰਦਾ ਝਿੜਕਾ। ਦੱਸਿਆ ਨਹੀਂ ਤੁਹਾਨੂੰ ਕਿਸ ਤਰੀਕੇ ਨਾਲ ਕੰਮ ਕਹਿ ਰਹੇ, ਕਿਸ ਤਰ੍ਹਾਂ ਦਾ ਕੰਮ ਕਰਨ ਲਈ ਕਹਿ ਰਹੇ? ਬਸ ਇਹ ਤਾਂ ਅਸੀਂ ਵੇਖੋ, ਅਸੀਂ ਸਖਤੀ ਤਾਂ ਕਰ ਨਹੀਂ ਸਕਦੇ। ਇਹ ਹੁਣ ਇਹ ਤਾਂ ਇਹੋ ਹੀ ਕਹਿ ਰਿਹਾ ਕਿ ਸਾਨੂੰ ਪੈਸੇ ਮਿਲੇ ਸੀ, ਇਹ 500 ਰੁਪਇਆ ਦਿਹਾੜੀ ਇਹਨਾਂ ਕਿਹਾ, 500 ਰੁਪਇਆ ਦਿਹਾੜੀ ਸਾਨੂੰ ਦਿੱਤੀ ਗਈ ਸੀ। ਫੜਿਆ ਹੋਇਆ ਇਹਨਾਂ ਨੂੰ ਕੀ ਰੱਖਿਆ ਜੋ ਕਿੱਥੇ ਪੁਲਿਸ ਨੇ? ਉਹ ਦੇਖਦੇ ਅਸੀਂ 30 ਜਥੇਬੰਦੀਆਂ ਦੀ ਮੀਟਿੰਗ 'ਚ ਹੁਣ ਫੈਸਲਾ। किसने भेजा? नाम क्या है आपका? शारिब नाम है। कपड़ा ना चक्कर, शारिब नाम है जी। शारिब किसने भेजा? सर कल यस्टरडे नाइट मेरे को एक कॉल आई थी, करण नाम का बंदा है, उसने मुझे भेजा था, कह रहे थे कि आपको ना लीफलेट बांटने हैं जहाँ भी फार्मर्स प्रोटेस्ट कर रहे हैं। हाँ। मैंने कहा ठीक है सर बांट दूंगा, कोई प्रॉब्लम तो क्रिएट नहीं होगी। कह रहे नहीं ऐसी कोई बात नहीं है, आप बांट देना। आज वो बंदा 12 बजे आया है बॉर्डर पे, उन्होंने मेरे को लीफलेट दिए हैं और बोला आप इसको डिस्ट्रीब्यूट करो। मैं सर बस डिस्ट्रीब्यूट कर रहा था, बस इतनी सी बात थी। मेरे को जो लड़कियों की बात आ रही है वो लड़की की बात बताइए। सर वो लड़कियों की बात यह है, जैसे मैं इलेक्शंस में रैलियों में ना मैन पावर देता था, तो वो प्रीवियस कुछ ईयर की फ़ोटोज़ हैं, वही मैंने उनको सेंड करी थी। उन्होंने बोलता दिखाओ आप कैसे बंदे हैं, कैसे काम करते हैं, बस वही मैंने फ़ोटो उनको सेंड करी थी। बस वही फ़ोटो। सर बिलोंग्स टू बिहार और घर दिल्ली में है सर। ये एक बार नाम क्लियर कर दो, नाम क्या है आपका? नाम मोहम्मद शारिब है। ये यूपी का आदमी है। एक यूपी तो है सर, और मेरे को इस चीज़ के बारे में नॉलेज नहीं थी कि इस लीफलेट के अंदर क्या रिटर्न है। और ये भी बोलो जो टिकरी में हिंदी में बोलना है। हाँ सर, और ये भी बोला था जहाँ जैसे बंदे हैं वहाँ वो लीफलेट बांटना है। जैसे सिंगू बॉर्डर पे पंजाबी हैं तो पंजाबी लीफलेट बांटना है, और टिकरी बॉर्डर पे हिंदी लीफलेट बांटने हैं। तो आप कितने बंदे हैं टोटल? कितने सर मैं आज ट्रायल के लिए, मैंने उन्हें ये बोला था कि मैं ट्रायल करूंगा, सिर्फ एक दिन देखूंगा सर, अगर अच्छा लगे तो करूंगा। तो अब सिर्फ हम ही 2 बंदे आए थे। ਸਾਡੇ ਨਾਲ ਇੱਥੇ ਕਿਰਪਾ ਸਿੰਘ ਜੀ ਸਾਡੇ ਨਾਲ ਹੈ, ਗੱਲਬਾਤ ਕਰਦੇ ਆ। ਕਿਰਪਾ ਸਿੰਘ ਜੀ, ਕਿਸ ਤਰੀਕੇ ਨਾਲ ਜਿਹੜੇ ਤੁਸੀਂ ਅੱਜ ਬੜੀ ਵੱਡੀ ਸਫਲਤਾ ਹੈ ਕਿਸਾਨੀ ਸੰਘਰਸ਼ ਦੇ ਵਿੱਚ, ਲਗਾਤਾਰ ਤੁਹਾਡੀ ਮਿਹਨਤ ਹੈ, ਕਿਸ ਤਰੀਕੇ ਨਾਲ ਤੁਸੀਂ ਸ਼ਰਾਰਤੀ ਅਨਸਰਾਂ ਨੂੰ ਫੜ ਰਹੇ ਹੋ? ਦੇਖੋ ਅਸੀਂ ਕਿੰਨੇ ਦਿਨਾਂ ਤੋਂ ਇਹ ਕਹਿ ਰਹੇ ਹਾਂ ਕਿ ਜਿਹੜੀ ਆਰਐਸਐਸ ਆ ਜਾਂ ਭਾਜਪਾ ਹੈ ਉਹ ਇਸ ਅੰਦੋਲਨ ਨੂੰ ਜਾਂ ਇਹ ਮੰਨ ਲਓ ਸਾਡੇ ਜਿਹੜਾ ਕਿਸਾਨਾਂ ਦਾ ਅੰਦੋਲਨ ਇਹਨੂੰ ਫੇਲ ਕਰਨ ਦੇ ਤੁੱਲੀ ਆ। ਤੇ ਅੱਜ ਉਹ ਕਈ ਵਾਰ ਅੱਗੇ ਵੀ ਬੰਦੇ ਫੜੇ ਆ, ਪਰ ਅੱਜ ਜਿਹੜਾ ਅਸੀਂ ਸਵੇਰੇ ਵੀ ਉੱਥੋਂ ਸਟੇਜ ਤੋਂ ਬੋਲਿਆ ਸੀ ਕਿ ਕੁਝ ਆਗੂਆਂ ਨੂੰ ਬਦਨਾਮ ਕਰਨ ਦੀਆਂ ਕੋਸ਼ਿਸ਼ਾਂ ਨੇ ਟਰਾਲੀਆਂ ਤੇ ਜਾ ਕੇ, ਇਹ ਸਾਰਾ ਉਹਦਾ ਪ੍ਰਮਾਣ ਹੈ, ਉਹਦਾ ਸਬੂਤ ਹੈ ਕਿ ਇਹ ਕਿਸਾਨਾਂ ਦੇ ਜਿਹੜੇ ਵਿੱਚ ਆਪਣੇ ਬੰਦੇ ਭੇਜ ਕੇ ਤਰ੍ਹਾਂ ਦੇ ਹੱਥ ਕੰਡੇ ਅਪਣਾ ਰਹੇ। ਸਿੰਘ ਜੀ ਇਹਨਾਂ ਕੋਲ ਇੰਨੀ ਦਲੇਰੀ ਕਿਵੇਂ ਆ ਰਹੀ ਹੈ? ਕਿਸ ਤਰੀਕੇ ਨਾਲ ਤੁਸੀਂ ਬੜਾ ਡੂੰਘਾਈ ਦੇ ਵਿੱਚ ਤੁਸੀਂ ਜੇ ਇਸ ਦੀ ਰਿਸਰਚ ਕੀਤੀ ਹੈ, ਕਿਸ ਤਰੀਕੇ ਨਾਲ ਇਹਨਾਂ ਕੋਲ ਇੰਨੀ ਦਲੇਰੀ ਆ ਰਹੀ ਹੈ? ਵੇਖੋ ਜਿਹੜੇ ਇਹ ਬੰਦੇ ਨੇ, ਇਹਨਾਂ ਬੰਦਿਆਂ ਦਾ ਤਾਂ ਸਿਰਫ ਇੰਨਾ ਹੀ ਕੰਮ ਹੈ ਕਿ ਮੈਨ ਪਾਵਰ ਦੇਣੀ ਔਰ ਪੈਸੇ ਲੈ ਕੇ ਕੰਮ ਕਰਨਾ। ਪਿੱਛੋਂ ਜਿਹੜੇ ਇਹਨਾਂ ਨੂੰ ਚਲਾਉਣ ਵਾਲੇ ਉਹੀ ਆਰਐਸਐਸ ਦੇ ਆਫਿਸ ਨੇ। ਇਹਨਾਂ ਦੀ ਸਪੈਸ਼ਲ ਨੋਇਡਾ ਦੇ ਵਿੱਚ ਇੱਕ ਆਫਿਸ ਆ, ਉਹਦੇ ਤੇ ਇਹਨਾਂ ਆਪ ਦੱਸਿਆ ਕਿ ਉਹਦੇ ਵਿੱਚ ਇੱਕ ਆਫਿਸ ਹੈ ਨੋਇਡਾ ਵਿੱਚ। ਪਰ ਇਹ 2 ਜਣੇ ਤਾਂ ਨਹੀਂ ਹੋ ਸਕਦੇ, ਇਹਨਾਂ ਨੂੰ ਤੁਸੀਂ ਇਹ ਵੀ ਪੁੱਛਿਆ ਕਿੰਨੇ ਜਣੇ ਹੋ ਤੁਸੀਂ? ਇਹ ਬਹੁਤ ਬੰਦੇ ਨੇ ਜੀ, ਇਹ 2 ਸਾਡੇ ਹੱਥ 'ਚ ਆਏ ਆ, ਬਾਕੀ ਕੁਝ ਫਰਾਰ ਹੋ ਗਏ। ਕੋਸ਼ਿਸ਼ ਕੀਤੀ ਉਹਨਾਂ ਨਾਲ ਸੰਪਰਕ ਕਰਾ ਕੇ ਉਹਨਾਂ ਨੂੰ ਬੁਲਾਇਆ ਜਾਵੇ ਇੱਕ ਜਗ੍ਹਾ ਤੇ? ਬਿਲਕੁਲ ਅਸੀਂ ਕੋਸ਼ਿਸ਼ ਕਰ ਰਹੇ ਹਾਂ, ਅਸੀਂ ਤਾਂ ਹੀ ਹੁਣ ਇੱਥੇ ਲੈ ਕੇ ਆਏ ਆ ਮੀਟਿੰਗ ਦੇ ਵਿੱਚ। ਇਹਨਾਂ ਨੂੰ ਇੱਥੇ ਬੈਠ ਕੇ ਪੁਲਿਸ ਬੁਲਾਈਏ, ਡਿਸਕਸ ਕਰਾਂਗੇ ਪੂਰਾ। ਕਿਸ ਤਰੀਕੇ ਨਾਲ ਕਾਰਵਾਈ ਕਰਨ ਜਾ ਰਹੇ ਹੋ? ਵੇਖੋ ਅਸੀਂ ਖੁਦ ਤਾਂ ਕਾਰਵਾਈ ਕਰ ਨਹੀਂ ਸਕਦੇ, ਅਸੀਂ ਪੁਲਿਸ ਨੂੰ ਬੁਲਾਇਆ ਇਸ ਵਕਤ ਤੇ ਪੁਲਿਸ ਦੇ ਨਾਲ ਥਾਣੇ ਜਾ ਕੇ ਪੂਰੀ ਇਨਕੁਆਇਰੀ ਕਰਾਵਾਂਗੇ ਇਸ ਕੰਮ ਦੀ। ਇੱਕ ਤਾਂ ਜਿਵੇਂ ਆ ਪੈਂਪਲੇਟ ਸਾਡੇ ਕੋਲ ਆਏ ਇਸ ਤਰੀਕੇ ਨਾਲ, ਇਹ ਹੋਰ ਕਿਸ ਤਰੀਕੇ ਦਾ ਇਹਨਾਂ ਕੋਲ ਦਸਤਾਵੇਜ਼ ਹੋਰ ਜਿਹੜਾ ਮਿਲਿਆ ਤੁਹਾਨੂੰ? ਦੇਖੋ ਸਾਨੂੰ ਸ਼ੰਕਾ ਹੈ ਕਿ ਸਰਕਾਰ ਇੱਥੇ ਕੁਝ ਵੀ ਕਰਾ ਸਕਦੀ ਹੈ। ਜੇ ਸਰਕਾਰ ਇੰਨੀ ਹਿੰਮਤ ਦੇ ਨਾਲ ਇਹ ਬੰਦਿਆਂ ਨੂੰ ਇੱਥੇ ਘੱਲ ਸਕਦੀ ਆ ਪੈਸੇ ਦੇ ਕੇ, ਇੱਥੋਂ ਇਹ ਜ਼ਾਹਰ ਹੁੰਦਾ ਕਿ ਸਰਕਾਰ ਕੀ ਕਰ ਰਹੀ ਹੈ, ਆਰਐਸਐਸ ਜਾਂ ਰਿਲਾਇੰਸ ਕੀ ਕਰ ਰਹੀ ਹੈ ਕਿ ਆਪਦੇ ਬੰਦੇ ਅੰਦੋਲਨ ਦੇ ਵਿੱਚ ਜੇ ਇਹ ਚੀਜ਼ ਬਣ ਸਕਦੇ ਤੇ ਕੁਝ ਵੀ ਕਰਾ ਸਕਦੇ ਨੇ। ਔਰ ਇਹ ਸਾਨੂੰ ਪਹਿਲਾਂ ਹੀ ਸ਼ੰਕਾ ਹੈ ਕਿ ਸਰਕਾਰ ਇਸ ਅੰਦੋਲਨ ਨੂੰ ਬਦਨਾਮ ਕਰਨ ਲਈ ਬਹੁਤ ਕੁਝ ਕਰ ਰਹੀ ਆ। ਇਹਨਾਂ ਤੇ ਪੂਰੇ ਤਰੀਕੇ ਨਾਲ ਕਾਰਵਾਈ ਨਹੀਂ ਹੋ ਰਹੀ ਤਾਂ ਇਹਨਾਂ ਦੇ ਹੌਸਲੇ ਇੰਨੇ ਬੁਲੰਦ ਹੋ ਰਹੇ ਆ। ਵੇਖੋ ਅਸੀਂ ਕੀ ਕਰ ਸਕਦੇ, ਇਹ ਤਾਂ ਸਰਕਾਰ ਦੇ ਵਾਸਤੇ, ਪਰ ਅਸੀਂ ਤਾਂ ਇਹਨਾਂ ਨੂੰ ਫੜ ਰਹੇ ਆ, ਅਸੀਂ ਚੁਕੰਨੇ ਆ, ਇਹ ਗੱਲ ਸਾਬਤ ਹੋ ਗਈ। ਬਹੁਤ ਬਹੁਤ ਧੰਨਵਾਦ ਜੀ। ਤਾਂ ਦੇਖ ਸਕਦੇ ਹੋ ਕਿਸ ਤਰੀਕੇ ਨਾਲ ਜਿਹੜੇ 2 ਸ਼ੱਕੀ ਨੌਜਵਾਨ ਹੈ ਫੜੇ ਹੈ, ਕਿਸ ਤਰੀਕੇ ਦਾ ਉਹਨਾਂ ਦਾ ਕੰਮ ਹੈ ਕਿ ਸੰਘਰਸ਼ ਨੂੰ ਖਰਾਬ ਕੀਤਾ ਜਾਏ, ਸੰਘਰਸ਼ ਨੂੰ ਕਿਸ ਤਰੀਕੇ ਨਾਲ ਸੰਘਰਸ਼ ਦਾ ਕਹਿ ਲਿਓ ਸੰਘਰਸ਼ ਨੂੰ ਤੋੜਿਆ ਜਾਵੇ। ਜਿਹੜਾ ਕਿਸਾਨੀ ਅੰਦੋਲਨ ਹੈ, ਕਿਸਾਨਾਂ ਦੀ ਲੜਾਈ ਹੈ, ਕਿਸਾਨਾਂ ਦਾ ਯੁੱਧ ਚੱਲ ਰਿਹਾ ਇਸ ਵਕਤ ਦੇਸ਼ ਦੀ ਸਰਕਾਰ ਨਾਲ, ਕਿਸ ਤਰੀਕੇ ਨਾਲ ਉੱਥੇ ਹੀ ਅੰਦੋਲਨ ਨੂੰ ਖਰਾਬ ਕਰਨ ਵਾਲੇ ਹੀ ਸ਼ੱਕੀ ਨੌਜਵਾਨ ਅੱਜ ਮਿਲੇ ਆ, ਉੱਥੇ ਅੱਜ ਉਹਨਾਂ ਤੇ ਕਾਰਵਾਈ ਵੀ ਕੀਤੀ ਜਾ ਰਹੀ ਹੈ।
ਤਾਂ ਇਹ ਲਗਾਤਾਰ ਅਸੀਂ ਤਸਵੀਰਾਂ ਤੁਹਾਨੂੰ ਪੰਜਾਬੀ ਨੈਸ਼ਨਲ ਉੱਤੇ ਦਿਖਾਈਆਂ। ਤਾਂ ਸਭ ਤੋਂ ਵੱਡੀ ਗੱਲ ਹੈ ਕਿ ਕਿਸ ਤਰੀਕੇ ਨਾਲ ਇਸ ਕਿਸਾਨੀ ਸੰਘਰਸ਼ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਦੇਖ ਸਕਦੇ ਹੋ ਆ ਜਿਹੜੇ ਉਹਨਾਂ ਕੋਲ ਦਸਤਾਵੇਜ਼ ਆ ਜਿਹੜੇ ਮਿਲੇ ਆ ਰਿਲਾਇੰਸ ਦਾ ਬਿਆਨ, ਕਾਰਪੋਰੇਟ ਕੰਟਰੈਕਟਰ ਫਾਰਮਿੰਗ ਨਾਲ ਸਾਡਾ ਕੋਈ ਵਾਸਤਾ ਨਹੀਂ, ਇਸ ਤਰੀਕੇ ਨਾਲ ਜਿਹੜੇ ਦਸਤਾਵੇਜ਼ ਹੈ ਇੱਥੇ ਲਿਆਂਦੇ ਜਾ ਰਹੇ ਆ। ਕਾਰਪੋਰੇਟ ਖੇਤੀ 'ਚ ਐਂਟਰੀ ਕਰਨ ਦੀ ਕੋਈ ਯੋਜਨਾ ਨਹੀਂ ਹੈ, ਕੰਟਰੈਕਟ ਫਾਰਮਿੰਗ ਲਈ ਕੋਈ ਜ਼ਮੀਨ ਨਹੀਂ ਖਰੀਦੀ। ਇਹ ਦੇਖ ਸਕਦੇ ਹੋ ਇਸ ਤਰੀਕੇ ਦਾ ਦਸਤਾਵੇਜ਼ ਹੈ ਜਿਹੜਾ ਕਿ ਵੰਡਿਆ ਜਾ ਰਿਹਾ ਕਿਸਾਨਾਂ ਨੂੰ, ਕਿਸਾਨਾਂ ਦੇ ਨੌਜਵਾਨ ਬੱਚਿਆਂ ਨੂੰ, ਉਹਨਾਂ ਨੂੰ ਕਿਸ ਤਰੀਕੇ ਨਾਲ ਅੰਦੋਲਨ ਤੋਂ ਇੱਕ ਪਾਸੇ ਲੈ ਕੇ ਜਾਇਆ ਜਾ ਰਿਹਾ। ਉੱਥੇ ਦੇਖ ਸਕਦੇ ਕਿਸੇ ਵੀ ਖੇਤੀ ਜ਼ਮੀਨ ਨੂੰ ਅਸੀਂ ਨਹੀਂ ਖਰੀਦਾਂਗੇ, ਅਸੀਂ ਕਿਸਾਨਾਂ ਤੋਂ ਸਿੱਧਾ ਅਨਾਜ ਨਹੀਂ ਖਰੀਦਾਂਗੇ, ਸਪਲਾਇਰ ਸਿਰਫ ਕਿਸਾਨਾਂ ਤੋਂ MSP ਖਰੀਦਣ, ਕਦੇ ਵੀ ਘੱਟ ਕੀਮਤ ਤੇ ਲੰਬੇ ਸਮੇਂ ਵਾਲੇ ਖਰੀਦ ਕੰਟਰੈਕਟ ਨਹੀਂ ਕੀਤੇ, ਕਿਸਾਨਾਂ ਦੀ ਮਜ਼ਬੂਤੀ ਤੇ ਖੁਸ਼ਹਾਲੀ ਲਈ ਵਚਨਬੱਧ ਹਾਂ। ਤਾਂ ਇਸ ਤਰੀਕੇ ਨਾਲ ਦੇਖ ਸਕਦੇ ਹੋ ਦਸਤਾਵੇਜ਼ ਜਿਹੜਾ ਕਿ ਇਹ ਸਾਨੂੰ ਮਿਲਿਆ ਹੈ, ਜਿਸ ਵਿੱਚ ਕਿੰਨਾ ਕੁਝ ਕਿਸਾਨਾਂ ਦੇ ਹੱਕਾਂ ਦੀ ਗੱਲ ਕੀਤੀ ਜਾ ਰਹੀ ਹੈ। ਪਰ ਉੱਥੇ ਹੀ ਇਹ ਨੌਜਵਾਨਾਂ ਦਾ ਮੇਨ ਮਕਸਦ ਹੈ ਕਿ ਉੱਥੇ ਅੰਦੋਲਨ ਦੇ ਵਿੱਚ ਜਾ ਕੇ ਹਰ ਨੌਜਵਾਨ ਦੇ ਹਰ ਕਿਸਾਨਾਂ ਕੋਲ ਮਿਲਿਆ ਜਾਵੇ। ਉੱਥੇ ਆ ਦੇਖ ਸਕਦੇ ਹੋ ਆ ਨੌਜਵਾਨ ਵੀਰ ਹੈ ਕਿਸ ਤਰੀਕੇ ਨਾਲ। ਜੀ ਕੀ ਨਾਮ ਹੈ ਤੁਹਾਡਾ? ਆਪਣਾ ਨਾਮ ਅੰਮ੍ਰਿਤਪਾਲ ਸਿੰਘ ਜੀ। ਤੁਸੀਂ ਕਿਵੇਂ ਦੇਖਦੇ ਹੋ ਇਹ ਨੌਜਵਾਨ ਇਸ ਕਿਸਾਨੀ ਅੰਦੋਲਨ ਦੇ ਵਿੱਚ ਵਾੜੇ ਜਾ ਰਹੇ ਆ? ਤੁਹਾਡੇ ਵਰਗੇ ਨੌਜਵਾਨਾਂ ਨੂੰ ਪੈਂਫਲੇਟ ਦਿੱਤੇ ਜਾ ਰਹੇ ਆ ਕਿ ਹਾਂ ਆਹ ਕਿਸਾਨੀ ਅੰਦੋਲਨ ਦੇ ਤੁਹਾਡੇ ਲਈ ਆ ਜਿਹੜੇ ਕਾਨੂੰਨ ਹੈ ਬਿਲਕੁਲ ਠੀਕ ਹੈ। ਅਸੀਂ ਇਹ ਨੌਜਵਾਨਾਂ ਲਈ ਗਲਤ ਗੱਲ ਹੈ ਵੀਰ ਜੀ, ਇਹ ਕੰਮ ਨਹੀਂ ਕਰਨੇ ਚਾਹੀਦੇ। ਥੋੜੇ ਜਿਹੇ ਪੈਸਿਆਂ ਲਈ ਆਪਾਂ ਇਹਦੇ ਸੰਘਰਸ਼ ਦੇ ਵਿੱਚ ਗਲਤ ਕੰਮ ਕਰ ਰਹੇ ਹਾਂ, ਇਹ ਬਹੁਤ ਗਲਤ ਗੱਲ ਏ। ਮੈਂ ਸਾਰੇ ਨੌਜਵਾਨ ਵੀਰਾਂ ਨੂੰ ਬੇਨਤੀ ਕਰਨਾ ਚਾਹੁੰਦਾ, ਇਦੋਂ ਆਪਾਂ ਰੋਟੀ ਨਾ ਵੀ ਖਾਵਾਂਗੇ ਨਾ ਪੈਸਾ ਬਿਨਾ ਸਰ ਜੂ, ਪਰ ਆਪਣਾ ਸੰਘਰਸ਼ ਮੇਨ ਹੈ ਆਪਣੇ ਲਈ। ਮਤਲਬ ਤੁਸੀਂ ਫਿਰ ਇਹ ਜੇ ਇਸ ਤਰੀਕੇ ਦੇ ਕਾਗਜ਼ ਵੰਡ ਰਿਹਾ ਤਾਂ ਤੁਸੀਂ ਇਹ ਨਹੀਂ ਲਓਗੇ? ਕੋਈ ਵੀ ਅਣਜਾਣ ਬੰਦਾ ਕਾਗਜ਼ ਵੰਡ ਰਿਹਾ ਤੁਹਾਨੂੰ ਕਹਿ ਰਿਹਾ ਵੀ ਇਹ ਆਪਾਂ ਕਦੀ ਨਹੀਂ ਲਾਵਾਂਗੇ ਕਾਗਜ਼ ਜੀ, ਕਿਉਂਕਿ ਆਪਾਂ ਨੂੰ ਸਾਰਾ ਪਤਾ ਹੈ ਕਾਨੂੰਨ ਆਪਣੇ ਲਈ ਬਹੁਤ ਵੀ ਤੇ ਤੁਸੀਂ ਨੌਜਵਾਨ ਹੋ, ਤੁਸੀਂ ਕਿਸ ਤਰੀਕੇ ਨਾਲ ਹੋਰ ਨੌਜਵਾਨਾਂ ਨੂੰ ਮਿਲ ਰਹੇ ਹੋ, ਉਹਨਾਂ ਨੂੰ ਦੱਸੋਗੇ ਵੀ ਆਪਾਂ ਐ ਡਟੇ ਰਹਿਣਾ? ਆਹੀ ਸਭ ਬਹੁਤ ਸਾਰੇ ਨੌਜਵਾਨ ਹੋਏ ਨੇ, 50-60 ਨੌਜਵਾਨ ਇੱਕੋ ਪਿੰਡ ਤੋਂ ਆਏ ਹੋਏ ਆ। ਅੱਛਾ, ਮਤਲਬ ਇੱਥੇ ਹੋ ਤੁਸੀਂ ਇਹ ਮੀਟਿੰਗ ਦੇ ਵਿੱਚ, ਹੁਣ ਤੁਸੀਂ ਸਾਰਿਆਂ ਤੱਕ ਪਹੁੰਚਾਓਗੇ ਨੌਜਵਾਨਾਂ ਤੱਕ ਵੀ ਆਹ 2 ਸ਼ੱਕੀ ਨੌਜਵਾਨ ਫੜੇ ਇਹ ਗਲਤ ਕਰ ਰਹੇ? ਸ਼ਰਾਰਤੀ ਅਨਸਰ ਫੜੇ ਗਿਆ, ਉਹਨਾਂ ਨੂੰ ਹੋਰ ਫੜੋ ਤੇ ਇਹ ਕੋਈ ਰੋਕ ਕੇ ਜਾਣ, ਇਹ ਕਿਸੇ ਹੋਰ ਕਿਸੇ ਉਹੀ ਲੋਕਾਂ ਨੂੰ ਨਾ ਵਿੱਚ ਜਾਣ ਵੀ ਕਿਸੇ ਹੋਰ ਨੂੰ ਗੁੰਮਰਾਹ ਨਾ ਕਰ ਦੇਣ ਕਿਤੇ ਜਾ ਕੇ। ਧੰਨਵਾਦ ਜੀ ਤੁਹਾਡਾ। ਦੇਖ ਸਕਦੇ ਹੋ ਕਿਸ ਤਰੀਕੇ ਨਾਲ ਕਿਸਾਨੀ ਅੰਦੋਲਨ ਨੂੰ ਜਿਹੜਾ ਸੰਘਰਸ਼ ਹੈ ਕਿਸ ਤਰੀਕੇ ਤੇ ਪਹੁੰਚ ਰਿਹਾ। ਪਰ ਉੱਥੇ ਹੀ ਦਸਤਾਵੇਜ਼ ਤੁਹਾਨੂੰ ਇੱਕ ਵਾਰ ਫਿਰ ਦਿਖਾ ਦਿੰਦੇ ਆ। ਦਸਤਾਵੇਜ਼ ਹੈ ਜਿਹੜਾ ਉਹਨਾਂ ਤੋਂ ਪ੍ਰਾਪਤ ਹੋਇਆ, ਹੁਣ ਜਿਹੜੀ ਕਾਨੂੰਨੀ ਕਾਰਵਾਈ ਉਹਨਾਂ ਤੇ ਕੀਤੀ ਜਾਏਗੀ। ਤਾਂ ਸਭ ਤੋਂ ਵੱਡੀ ਗੱਲ ਹੈ, ਸਵਾਲ ਹੈ ਸਾਡੀ ਦੇਸ਼ ਦੀ ਸਰਕਾਰ ਅੱਗੇ ਜਾਂ ਕਿਸ ਤਰੀਕੇ ਨਾਲ ਤੁਸੀਂ ਅੰਦੋਲਨ ਨੂੰ ਖਰਾਬ, ਇੱਕ ਪਾਸੇ ਅਸੀਂ ਮੀਟਿੰਗਾਂ ਕਰ ਰਹੇ ਹਾਂ, ਇੱਕ ਪਾਸੇ ਅਸੀਂ ਇਹ ਕੰਮ ਕਰ ਰਹੇ ਹਾਂ, ਦੂਸਰੀ ਤਰਫ ਅਸੀਂ ਕਿਸਾਨੀ ਸੰਘਰਸ਼ ਨੂੰ ਢਾਹ ਲਾ ਰਹੇ ਹਾਂ। ਪਰ ਸਾਡੇ ਦੇਸ਼ ਦਾ ਪੰਜਾਬ ਦਾ ਨੌਜਵਾਨ ਬਹੁਤ ਵਧੀਆ ਹੈ, ਬਹੁਤ ਡਟਿਆ ਹੋਇਆ ਹੈ। ਨੌਜਵਾਨ ਕਹਿੰਦਾ ਅਸੀਂ ਇਹਨਾਂ ਦੀਆਂ ਗੱਲਾਂ ਦੇ ਵਿੱਚ ਨਹੀਂ ਆਉਣਾ, ਅਸੀਂ ਸੰਘਰਸ਼ ਨੂੰ ਐਂ ਤਿੱਖਾ ਰੱਖਾਂਗੇ। ਅਗਰ ਕੋਈ ਇਹੋ ਜਿਹਾ ਦਸਤਾਵੇਜ਼ ਸਾਨੂੰ ਵੰਡਦਾ ਤਾਂ ਅਸੀਂ ਬਿਲਕੁਲ ਇਨਕਾਰ ਕਰਾਂਗੇ। ਸਾਨੂੰ ਪਤਾ ਕਿ ਕਾਨੂੰਨ ਕਿਵੇਂ ਦੇ ਹੈ, ਕੋਈ ਸਾਨੂੰ ਇਹ ਨਹੀਂ ਦੱਸ ਸਕਦਾ ਕਿ ਇਹ ਕਾਨੂੰਨ ਸਹੀ ਨੇ ਜਾਂ ਗਲਤ ਨੇ, ਸਾਨੂੰ ਖੁਦ ਹੀ ਪਤਾ ਵੀ ਇਹ ਕਾਨੂੰਨ ਕੀ ਨੇ। ਤਾਂ ਦੇਖ ਸਕਦੇ ਹੋ ਕਿਸ ਤਰੀਕੇ ਨਾਲ ਅੱਜ ਸਭ ਤੋਂ ਵੱਡੀ ਜਿਹੜੀ ਸਫਲਤਾ ਹੈ ਕਿਸਾਨ ਜਥੇਬੰਦੀਆਂ ਦੀਆਂ, ਜਿਨ੍ਹਾਂ ਨੇ ਅੱਜ ਐਡੀ ਵੱਡੀ ਸਫਲਤਾ ਪ੍ਰਾਪਤ ਕੀਤੀ ਹੈ। ਇੱਕ ਜਿਹੜੇ 2 ਸ਼ੱਕੀ ਨੌਜਵਾਨਾਂ ਤੇ ਨਾਲ ਦੀ ਨਾਲ ਹੋਰ ਜਿਹੜਾ ਇੱਕ ਇਹਨਾਂ ਦਾ ਟੀਮ ਸੈੱਲ ਹੈ ਉਹਨੂੰ ਵੀ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਫੋਨ ਕਾਲਾਂ ਨਾਲ ਮੇਲ ਕਰਕੇ ਪੁੱਛਿਆ ਜਾ ਰਿਹਾ ਕਿ ਲਖਵਾਲ ਸਾਹਿਬ ਤੁਹਾਡਾ ਵੀ ਬਹੁਤ ਬਹੁਤ ਸਵਾਗਤ ਹੈ ਜੀ। ਧੰਨਵਾਦ ਜੀ। ਦੇਖ ਸਕਦੇ ਹੋ ਅੱਜ 2 ਸ਼ੱਕੀ ਨੌਜਵਾਨ ਫੜਿਆ, ਕਿਸ ਤਰੀਕੇ ਨਾਲ ਦਸਤਾਵੇਜ਼ ਵੰਡ ਰਿਹਾ ਕਿਸਾਨਾਂ ਨੂੰ, ਕਿਸਾਨਾਂ ਦੇ ਬੱਚਿਆਂ ਨੂੰ, ਕਿ ਜਿਹੜੇ ਰਿਲਾਇੰਸ ਦਾ ਬਿਆਨ ਹੈ ਕਿ ਅਸੀਂ ਕਾਰਪੋਰੇਟ ਘਰਾਣੇ ਜਿਹੜੇ ਆ ਖੇਤੀ ਦੇ ਵਿੱਚ ਨਹੀਂ ਵੜਾਂਗੇ। ਪਰ ਅੱਜ ਸਭ ਤੋਂ ਵੱਡੀ ਸਫਲਤਾ ਹੈ ਤੁਸੀਂ ਇਹ 2 ਸ਼ੱਕੀ ਨੌਜਵਾਨ ਫੜੇ ਆ। ਅਸੀਂ ਅੱਗੇ ਵੀ ਫੜੇ ਸੀ, ਪੁਲਿਸ ਨੂੰ ਦੇ ਰਹੇ ਹਾਂ। ਸਰਕਾਰ ਸਾਡੇ ਅੰਦੋਲਨ ਨੂੰ ਫੇਲ ਕਰਨ ਲਈ ਇਹ ਜਿਹੀਆਂ ਚਾਲਾਂ ਚੱਲ ਰਹੀਆਂ, ਪਰ ਸਭ ਲੋਕ ਸਮਝਦੇ ਆ, ਕਿਸਾਨ ਸਮਝਦੇ ਆ ਕੋਈ ਇਹੋ ਜਿਹੀ ਕੋਈ ਗੱਲ ਨਹੀਂ ਹੈਗੀ। ਅਸੀਂ ਕੱਲ ਨੂੰ ਪੂਰਨ ਤੌਰ ਤੇ ਵੱਡਾ ਟਰੈਕਟਰ ਮਾਰਚ ਕਰਾਂਗੇ ਤੇ 7 ਤਰੀਕ ਨੂੰ ਸਾਡੇ ਹਜ਼ਾਰਾਂ ਟਰੈਕਟਰ ਹੋਰ ਤੁਰੇ ਆ ਰਹੇ ਨੇ ਤੇ ਉਹ ਅੰਦੋਲਨ 'ਚ ਹਿੱਸਾ ਹੋਣਗੇ ਤੇ ਅਸੀਂ ਦਿਖਾ ਦੇਵਾਂਗੇ, ਰਿਹਰਸਲ ਹੋਊਗੀ ਸਾਡੀ ਕੱਲ ਨੂੰ ਤੇ 26 ਨੂੰ ਵੀ ਅਸੀਂ ਇਹਦੇ ਲਈ। ਤੁਸੀਂ ਇਸੇ ਤਰ੍ਹਾਂ ਪੰਜਾਬੀ ਨੈਸ਼ਨਲ ਨਾਲ ਜੁੜੇ ਰਹੋ, ਜਾਨੀ ਕਿ ਮੈਨੂੰ ਗੁਰਲਾਲ ਸਿੰਘ ਤੇ ਮੇਰੇ ਸਾਥੀ ਗੁਰਪ੍ਰੀਤ ਨੂੰ ਦਿਓ ਇਜਾਜ਼ਤ। ਤੁਸੀਂ ਦੇਖਦੇ ਰਹਿਣਾ ਪੰਜਾਬੀ ਨੈਸ਼ਨਲ TV।